ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਊੜੇ ਅੜੇ ਦੇ ਦੋ ਉਹਨਾਂ ਅੱਖਰਾਂ ਦਾ ਸਹੀ ਉਚਾਰਨ ਸਾਂਝਾ ਕਰਨਾ ਹੈ ਜਿਹੜਾ ਕਿ ਆਮ ਹੀ ਗਲਤ ਬੋਲਿਆ ਜਾਂਦਾ ਹੈ। 35 ਅੱਖਰਾਂ ਦੇ ਵਿੱਚੋਂ ਇੱਕ 10ਵਾਂ ਅਤੇ ਇੱਕ 15ਵਾਂ ਅੱਖਰ, ਸੋ ਉਹ ਦੋ ਅੱਖਰ ਹਨ ঙ ਅਤੇ ঞ। ਸੋ ਇਹਨਾਂ ਦੋਵਾਂ ਅੱਖਰਾਂ ਦੇ ਬਾਰੇ ਆਪ ਜੀ ਨੂੰ ਦੱਸਾਂਗੇ ਵੀ ਕਿਵੇਂ ਉਚਾਰਨ ਕਰਨਾ ਹੈ, ਕਿੱਥੋਂ ਆਵਾਜ਼ ਆਉਂਦੀ ਹੈ ਬੋਲਣ ਲੱਗਿਆਂ। ਸੋ ਪਹਿਲਾ ਹੈ ঙ। ਸੋ ਇਹ ਜੋ ਅੱਖਰ ਹੈ ਇਹਦੀ ਆਵਾਜ਼ ਗਲੇ ਅਤੇ ਨੱਕ ਤੋਂ ਨਿਕਲਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਗੁਰਮੁਖੀ ਅੱਖਰ ਆਪ ਲਿਖੇ ਹਨ, ਇਹਨਾਂ ਦੀਆਂ ਆਵਾਜ਼ਾਂ ਨਿਸ਼ਚਿਤ ਕੀਤੀਆਂ ਹਨ। ਸੋ ਮਹਾਰਾਜ ਜੀ ਨੇ ਇੱਕੋ ਹੀ ਆਵਾਜ਼ ਵਾਲੇ ਅੱਖਰ ਜਿਹੜੇ ਹਨ ਇੱਕ ਲਾਈਨ ਵਿੱਚ ਰੱਖੇ ਹੋਏ ਹਨ, ਜਿਵੇਂ ਕੱਕਾ, ਖੱਖਾ, ਗੱਗਾ, ਘੱਗਾ। ਇਹਨਾਂ ਨੂੰ ਬੋਲਣ ਲੱਗਿਆਂ ਆਪ ਜੀ ਨੋਟ ਕਰੋ, ਇਹਨਾਂ ਦੀ ਆਵਾਜ਼ ਨਿਕਲਦੀ ਹੈ ਗਲੇ ਦੇ ਵਿੱਚੋਂ। ਕੱਕਾ ਗਲੇ ਵਿੱਚੋਂ ਆਵਾਜ਼ ਹੈ, ਇਸੇ ਤਰ੍ਹਾਂ ਖੱਖਾ ਇਹ ਵੀ ਗਲੇ ਦੇ ਵਿੱਚੋਂ ਆਵਾਜ਼ ਹੈ। ਇਸੇ ਤਰ੍ਹਾਂ ਬਾਕੀ ਦੇ ਅੱਖਰ ਗਲੇ ਵਿੱਚੋਂ ਨਿਕਲ ਰਹੇ ਹਨ ਕੱਕੇ ਵਾਲੀ ਲਾਈਨ ਵਾਲੇ। ਸੋ ਇਹ ਜੋ ঙ ਅੱਖਰ ਹੈ ਇਹ ਵੀ ਕੱਕੇ ਵਾਲੀ ਲਾਈਨ ਦੇ ਵਿੱਚ ਹੀ ਹੈ। ਸੋ ਇਸੇ ਤਰ੍ਹਾਂ ਹੀ ঙ ਦੀ ਆਵਾਜ਼ ਇਹਨਾਂ ਅੱਖਰਾਂ ਦੀ ਆਵਾਜ਼ ਦੇ ਨਾਲੋਂ ਥੋੜ੍ਹੀ ਜਿਹੀ ਗਲੇ ਦੇ ਥੱਲਿਓਂ ਲਿਆ ਕੇ ਸਿੱਧੀ ਨੱਕ ਰਾਹੀਂ ਲਿਆ ਕੇ ਬੋਲਣੀ ਹੈ। ঙ ਆਮ ਹੀ ਇਹਨੂੰ ਅੰਗਾ ਆਖ ਦਿੰਦੇ ਹਨ ਕਈ, ਅਤੇ ਕਈ ਅਣਜਾਣ ਗੰਗਾ ਕਹਿ ਦਿੰਦੇ ਹਨ, ਗੱਗੇ ਵਾਲਾ। ਇਹਦੀ ਆਵਾਜ਼ ਪੋਲੀ ਜਿਹੀ ਆਵਾਜ਼ ਹੈ ঙ। ਇਹ ਸਾਡੇ ਮੂੰਹ ਦਾ ਡਾਇਆਗ੍ਰਾਮ ਹੈ, ਉਹਦਾ ਨਕਸ਼ਾ ਤੁਸੀਂ ਦੇਖ ਰਹੇ ਹੋ। ਇਹ ਆਵਾਜ਼ ਗਲੇ ਵਿੱਚੋਂ ਪੈਦਾ ਹੁੰਦੀ ਹੈ ঙ। ਜਿਵੇਂ ਹੀ ਗਲੇ ਵਿੱਚੋਂ ਆਵਾਜ਼ ਆਵੇਗੀ ਨੱਕ ਦੇ ਰਾਹੀਂ ਉਸੇ ਤਰ੍ਹਾਂ ਹੀ ਆਵਾਜ਼ ਨਿਕਲਦੀ ਹੈ ਨਾਲ ਹੀ। ਕਹਿਣ ਦਾ ਭਾਵ ਗਲੇ ਅਤੇ ਨੱਕ ਤੋਂ ਆਵਾਜ਼ ਇਹਨਾਂ ਦੋਵਾਂ ਦੀ ਨਿਕਲੇਗੀ ਤਾਂ ਇਸ ਸ਼ਬਦ ਦਾ ਉਚਾਰਨ ਹੋਵੇਗਾ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ, ਸਿਰਫ ਅਤੇ ਸਿਰਫ ਗਲੇ ਅਤੇ ਨੱਕ ਦੀ ਵਰਤੋਂ ਕਰਨੀ ਹੈ। ਸੋ ਇਹ ਸ਼ਬਦ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਵਰਤਿਆ ਹੈ ਅਤੇ ਇਸ ਅੱਖਰ ਦੇ ਰਾਹੀਂ ਉਪਦੇਸ਼ ਵੀ ਦਿੱਤਾ ਹੈ। ਇਸ ਅੱਖਰ ਦੇ ਨਾਲ ਸ਼ਬਦ ਬਣਦੇ ਹਨ ਗਿਆਨ। ਇੱਕ ਤਾਂ ਅਸੀਂ ਬੋਲਦੇ ਹਾਂ ਗਿਆਨ, ਅਰਥ ਉਹੀ ਹਨ, ਮੀਨਿੰਗ ਉਹੀ ਹਨ, ਸਿਰਫ ਉਚਾਰਨ ਇਸ ਅੱਖਰ ਦੇ ਨਾਲ ਬਣਦਾ ਹੈ ਗਿਆਨ। ਇਸੇ ਤਰ੍ਹਾਂ ਗਿਆਨੀ, ਗਿਆਨੀ ਇਸ ਤਰ੍ਹਾਂ ਉਚਾਰਨ ਹੈ। ਰੰਗ, ਰੰਗਣ, ਸੰਗ। ਸੋ ਇਹਨਾਂ ਅੱਖਰਾਂ ਦੇ ਰਾਹੀਂ ਜੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਪਾਵਨ ਬਾਣੀ ਦੇ ਵਿੱਚ 251 ਅੰਗ ਦੇ ਉੱਤੇ ਮਹਾਰਾਜ ਜੀ ਬਚਨ ਕਰਦੇ ਹਨ ঙ। ঙ ਗਿਆਨ ਨਹੀਂ ਮੁਖ ਬਾਤਾਓ। ਸੋ ਇਸ ਤਰ੍ਹਾਂ ਇਹਦਾ ਉਚਾਰਨ ਹੈ। ਦੂਸਰਾ ਹੈ ਗਿਆਨ। ঙ ਗਿਆਨ ਬੂਝੈ ਜੇ ਕੋਈ, ਪੜ੍ਹਿਆ ਪੰਡਿਤ ਸੋਈ। ਸੋ ਇਸ ਤਰ੍ਹਾਂ ਇਹ ਗਿਆਨ ਦਾ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਸ਼ਬਦ ਹੈ ਰੰਗਣ। ਇਹ ਸ਼ਬਦ ਹਜ਼ਾਰੇ ਬਾਣੀ ਦੇ ਵਿੱਚ ਆਪ ਜੀ ਪੜ੍ਹਦੇ ਹੋ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਹੁਣ ਰੰਗ, ਰੰਗੈ ਅਤੇ ਰੰਗ, ਰੰਗ ਹੈ ਪੂਰੇ ਗੱਗੇ ਦੇ ਨਾਲ। ਸੋ ਇਹ ਧਿਆਨ ਦੇਣਾ ਹੈ। ਹੋਰ ਜ਼ਿਆਦਾ ਜਾਣਕਾਰੀ ਸਮਝਣ ਵਾਸਤੇ 732 ਅੰਗ ਦੇ ਉੱਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਜਿਹਦੀ ਹਰੇਕ ਪੰਕਤੀ ਦੇ ਅਖੀਰ ਦੇ ਵਿੱਚ ঙ ਅੱਖਰ ਵਰਤਿਆ ਹੈ। ਸੋ ਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ। ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਇਸੇ ਤਰ੍ਹਾਂ ਸਾਰਾ ਸ਼ਬਦ ਤੁਸੀਂ ਪੜ੍ਹਦੇ ਜਾਓ। ਅਖੀਰ ਦੇ ਵਿੱਚ ਸ਼ਬਦ ਆਉਂਦੇ ਹਨ ਰੰਗ, ਨਿਸੰਗ,
ਅੰਗ, ਸਹਿਲੰਗ, ਅੰਗ। ਇਸੇ ਤਰ੍ਹਾਂ ਪੰਗ, ਸੰਗ, ਰੰਗ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ঙ ਅੱਖਰ ਦੀ ਵਰਤੋਂ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਆ ਹੈ। ਸੋ ਆਪ ਜੀ ਦੀ ਗਿਆਤ ਦੇ ਵਾਸਤੇ ਦੁਬਾਰਾ ਉਚਾਰਦਿਆਂ ਬੋਲਣਾ ਹੈ ঙ। ਸੋ ਇਸ ਤਰ੍ਹਾਂ ਇਹਦਾ ਉਚਾਰਨ ਹੈ। ਸੋ ਦੂਸਰਾ ਜੋ ਅੱਖਰ ਹੈ ਜੋ ਆਮ ਹੀ ਗਲਤ ਬੋਲਿਆ ਜਾਂਦਾ ਹੈ ਉਹ ਹੈ ঞ। ਆਮ ਹੀ ਇਹਨੂੰ ਕਈ ਅੰਨ੍ਹਾਂ ਕਹਿ ਦਿੰਦੇ ਹਨ, ਕਈ ಞੀਆਂ ਕਹਿ ਦਿੰਦੇ ਹਨ, ਕਈ ਹੋਰ ਹੀ ਢੰਗ ਨਾਲ ਬੋਲਦੇ ਹਨ। ਆਮ ਹੀ ਕਈ ਸਿੰਘ ಞੀਆਂ ਕਹਿ ਦਿੰਦੇ ਹਨ, ਲੇਕਿਨ ਸਾਡਾ ਮਾਰਗਦਰਸ਼ਕ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਇਸ ਤਰ੍ਹਾਂ ਅਸੀਂ ਮਹਾਰਾਜ ਜੀ ਦੀ ਬਾਣੀ ਵਿੱਚੋਂ ਜੋ ਉਚਾਰਨ ਹੈ ਉਹੀ ਬੋਲਣਾ ਹੈ। ಞ, ಞ ਟਿੱਪੀ, ಞ ਕੰਨਾ, ঞ। ਸੋ ਇਸ ਦੀ ਆਵਾਜ਼ ਕਿਵੇਂ ਕੱਢਣੀ ਹੈ? ਇਸ ਦੀ ਆਵਾਜ਼ ਕੱਢਣ ਵਾਸਤੇ ਆਪ ਜੀ ਨੇ ਦੋ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲੀ ਵੀ ਇਹ ਦੇਖਣਾ ਹੈ ਕਿ ਇਹ ਆਵਾਜ਼ ਕਿਹੜੀ ਲਾਈਨ ਦੇ ਵਿੱਚ ਕਿਹੜੇ ਅੱਖਰਾਂ ਦੇ ਪਿੱਛੇ ਆ ਰਹੀ ਹੈ। ਚੱਚੇ ਵਾਲੀ ਲਾਈਨ ਪੜ੍ਹੀਏ ਸਾਰੀ ਤਾਂ ਉਹਦੇ ਅਖੀਰ ਦੇ ਵਿੱਚ ਇਹ ਅੱਖਰ ਆਉਂਦਾ ਹੈ। ਜਿਵੇਂ ਅਸੀਂ ਚੱਚਾ ਬੋਲਣਾ ਹੈ, ਬੋਲ ਕੇ ਦੇਖੋ ਚੱਚਾ, ਛੱਛਾ, ਜੱਜਾ, ਝੱਜਾ, ਞ। ਆਪ ਜੀ ਨੋਟ ਕਰੋ, ਚੱਚਾ ਬੋਲਦਿਆਂ ਹੀ ਸਾਡੀ ਜਿਹੜੀ ਜੀਭ ਹੈ ਉਹ ਤਾਲੂ ਦੇ ਨਾਲ ਲੱਗਦੀ ਹੈ, ਉੱਪਰਲੇ ਹਿੱਸੇ ਦੇ ਨਾਲ। ਸਾਹਮਣੇ ਤੁਸੀਂ ਦੇਖ ਰਹੇ ਹੋ ਤਾਲੂ ਨੂੰ ਜੀਭ ਉੱਪਰ ਲੱਗੇਗੀ। ਅਤੇ ਦੂਸਰਾ ਇਹਦੀ ਆਵਾਜ਼ ਨੱਕ ਦੇ ਵਿੱਚ ਹੈ। ਤਾਲੂ ਅਤੇ ਨੱਕ ਤੋਂ ਆਵਾਜ਼ ਇਹ ਪੈਦਾ ਹੁੰਦੀ ਹੈ। ਜਿਵੇਂ ঙ ਅੱਖਰ ਗਲੇ ਅਤੇ ਨੱਕ ਦੇ ਵਿੱਚੋਂ ਪੈਦਾ ਹੁੰਦਾ ਹੈ, ਹੁਣ ਗਲੇ ਦੀ ਵਰਤੋਂ ਨਹੀਂ ਹੋਵੇਗੀ, ਜੀਭ ਤਾਲੂ ਨਾਲ ਲੱਗੇਗੀ ਅਤੇ ਨੱਕ ਦੇ ਰਾਹੀਂ ਆਵਾਜ਼ ਆਵੇਗੀ ਨਾਲ ਹੀ ਞ। ਇਸ ਤਰ੍ਹਾਂ ਇਹਦੀ ਆਵਾਜ਼ ਹੈ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਇਹਦੀ ਵਰਤੋਂ ਇਸੇ ਤਰ੍ਹਾਂ ਹੀ ਕੀਤੀ ਹੈ ਅਤੇ ਲਿਖਿਆ ਵੀ ਇਸੇ ਤਰ੍ਹਾਂ ਹੀ ਹੈ। ਕਈ ਸਿਹਾਰੀ ਲਾ ਕੇ ಞ ਕਹਿ ਦਿੰਦੇ ਹਨ। ਜੋ ਸਿਆਣੇ ਉਸਤਾਦ ਹਨ ਉਹ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਨੰਨੇ ਸਿਹਾਰੀ ਐੜਾ ਨੰਨਾ ਮੁਕਤਾ, ਨੰਨੇ ਸਿਹਾਰੀ ਐੜੇ ਕੰਨਾ ਉੱਤੇ ਬਿੰਦੀ, ਇਹਨਾਂ ਨੂੰ ਬੁਲਾਉਣ ਦੀ ਜਾਚ ਦੱਸਦੇ ਹਨ। ਨਿਅਨ ਨਿਆ, ਨਿਅਨ ਨਿਆ। ਇਸ ਤਰ੍ਹਾਂ ਬੋਲਦਿਆਂ ਬੋਲਦਿਆਂ ਆਵਾਜ਼ ਫਿਰ ಞ ਉੱਤੇ ਪਹੁੰਚ ਜਾਂਦੀ ਹੈ। ਜਾਂ ਇੱਕ ਹੋਰ ਦੂਸਰੇ ਤਰੀਕੇ ਨਾਲ ਦੱਸਿਆ ਜਾਂਦਾ ਹੈ ਯਈਏ ਟਿੱਪੀ ਨੰਨੇ ਸਿਹਾਰੀ ਐੜੇ ਕੰਨਾਂ ਉੱਤੇ ਬਿੰਦੀ, ਯੰਨਿਆ, ਯੰਨਿਆ, ਯੰਨਿਆ। ਇਸ ਤਰ੍ਹਾਂ ਬੋਲਦਿਆਂ ਬੋਲਦਿਆਂ ਅਸੀਂ ਪਹੁੰਚਣਾ ਹੈ ਆਵਾਜ਼ ঞ। ਇਸ ਆਵਾਜ਼ ਨੂੰ ਕੱਢਣਾ ਹੈ। ਸੋ ਇਹਦੀ ਵਰਤੋਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਸ਼ਬਦ ਆਉਂਦੇ ਹਨ ਞ। ਸੋ ਪਹਿਲਾਂ ਤਾਂ ਇਸ ਅੱਖਰ ਰਾਹੀਂ ਉਪਦੇਸ਼ ਦਿੱਤਾ ਹੈ ਞ ஞਾਣਹੁ ਦ੍ਰਿੜ ਸਹੀ, ਬਿਨਸ ਜਾਤ ਏਹ ਹੇਤ। ਸੋ ਇਸ ਤਰ੍ਹਾਂ ਹੈ। ਦੂਸਰਾ ਸ਼ਬਦ ਹੈ ਵੰਞਾ, ਹੰ ਭੀ ਵੰਞਾ ਡੁੰਮਣੀ, ਰੋਵਾ ਝੀਣੀ ਬਾਣ। ਇਸੇ ਤਰ੍ਹਾਂ ਸ਼ਬਦ ਹੈ ਜੰਞ, ਜੱਜੇ ਟਿੱਪੀ ਞ, ਜੰਞ। ਆਮ ਹੁਣ ਅਸੀਂ ਕਹਿਣ ਲੱਗ ਪਏ ਹਾਂ ਪੰਜਾਬੀ ਭਾਸ਼ਾ ਦੇ ਵਿੱਚ ਜੰਝ, ਦੋਵੇਂ ਜੱਜੇ ਵਰਤਦੇ ਹਾਂ, ਲੇਕਿਨ ਅਸਲੀ ਜੋ ਸ਼ਬਦ ਹੈ ਪੁਰਾਤਨ, ਉਹ ਪੁਰਾਣੇ ਬਜ਼ੁਰਗ ਹੁਣ ਤੱਕ ਵੀ ਕਈ ਤੁਸੀਂ ਸੁਣੋਗੇ ਉਹ ਜੰਝ ਹੀ ਆਖਦੇ ਹਨ, ਜੰਝ। ਗੁਰਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸ਼ਬਦ ਦੀ ਵਰਤੋਂ ਕਰਦਿਆਂ ਹੋਇਆਂ ਜਦੋਂ ਪੰਕਤੀ ਉਚਾਰਨ ਕਰਦੇ ਹਨ, ਪਾਪ ਕੀ ਜੰਝ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਉੱਥੇ ਜੰਝ ਇਸ ਸ਼ਬਦ ਦੀ ਵਰਤੋਂ ਹੈ। ਸੋ ਇਸੇ ਤਰ੍ਹਾਂ ਸ਼ਬਦ ਇੱਕ ਹੋਰ ਵਰਤਿਆ ਹੈ ਯਤਨ। ਗੁਰਬਾਣੀ ਵਿੱਚ 255 ਅੰਗ 'ਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਯਤਨ ਕਰਹੁ ਤੁਮ ਅਨਕ ਬਿਦ, ਰਹਿਨ ਨਾ ਪਾਵਹੁ ਮੀਤ। ਸੋ ਇਸ ਤਰ੍ਹਾਂ ਇਹ ਸ਼ਬਦਾਂ ਦਾ ਉਚਾਰਨ ਹੈ।
ਇੱਕ ਹੋਰ ਸ਼ਬਦ ਜਿਵੇਂ ਲੈ ਲਈਏ ਸੁਈਆਂ, ਬਹੁ ਜੋਨੀ ਭਉਦਾ ਫਿਰੈ, ਜਿਉ ਸੁਈਐ ਘਰ ਕਾਉ। ਸੋ ਇਸ ਤਰ੍ਹਾਂ ਆਪ ਜੀ ਨੇ ਇਹਨਾਂ ਦੋਵਾਂ ਅੱਖਰਾਂ ਦਾ ਉਚਾਰਨ ਸਮਝਿਆ ਹੈ। ਉਦਾਹਰਨ ਦੇ ਤੌਰ 'ਤੇ ਦੁਬਾਰਾ ਆਪ ਜੀ ਨੂੰ ਮੈਂ ਦੁਹਰਾ ਦਿਆਂ। ਪਹਿਲਾ ਅੱਖਰ ਹੈ ঙ, ਦੂਸਰਾ ਹੈ ඤ। ਸੋ ਇਸ ਤਰ੍ਹਾਂ ਕਿਸੇ ਨੇ ඤ ਨਹੀਂ ਕਹਿਣਾ, ਜੋ ਗੁਰਬਾਣੀ ਵਿੱਚ ਹੈ ਉਹੀ ਆਪਾਂ ਉਚਾਰਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।